ਹੈਲੋ ਫਰੈਂਡਸ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤਲਵਾੜਾ ਈਜ਼ੀ ਸਟੱਡੀ ਚੈਨਲ ਵਿੱਚ। ਠੀਕ ਹੈ, ਹੁਣ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਈਟੀਟੀ ਦਾ ਐਗਜ਼ਾਮ ਜਿਹੜਾ ਹੈ ਪੰਜਾਬ ਦੇ ਵਿੱਚ ਨਿਕਲਿਆ ਹੋਇਆ ਹੈ। ਹੋ ਤਾਂ ਇਸ ਨੂੰ 3 ਮਹੀਨੇ ਗਏ ਹੈ, ਤਾਂ ਤੁਸੀਂ ਆਲਮੋਸਟ ਜਿਹੜੀ ਆਪਣੀ ਸਾਰੀ ਤਿਆਰੀ ਕਰ ਲਈ ਹੋਏਗੀ। ਤਾਂ ਮੈਂ ਸਿਰਫ ਤੁਹਾਡੇ ਵਾਸਤੇ ਕੀ ਚੀਜ਼ ਲੈ ਕੇ ਆਈ ਹਾਂ। ਹੁਣ ਮੈਂ ਅੱਜ ਤੋਂ ਸਾਇੰਸ ਦੇ ਜਿੱਦਾਂ ਸਭ ਤੋਂ ਪਹਿਲੇ ਅਸੀਂ ਸਾਇੰਸ ਦੇ ਸ਼ੁਰੂ ਕਰਦੇ ਹਾਂ। ਸਾਇੰਸ ਦੇ MCQs ਲੈ ਕੇ ਆਈ ਹਾਂ ਪਹਿਲੇ ਚੈਪਟਰ ਦੇ, ਮੋਸ਼ਨ ਚੈਪਟਰ ਦੇ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ। ਇਹਨਾਂ MCQs ਦੇ ਥਰੂ ਜਿੱਦਾਂ MCQs ਨੂੰ ਸਟਾਰਟ ਕਰਦੇ ਵਕਤ ਉਹਦੀ ਸਿਰਫ MCQs ਹੀ ਨਹੀਂ, ਆਨਸਰਸ ਹੀ ਨਹੀਂ ਕਰਾਂਗੇ, ਬਲਕਿ ਉਹਨੂੰ ਅੱਗੇ ਵੀ ਥੋੜ੍ਹਾ ਜਿਹਾ ਡੀਪਲੀ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰਾਂਗੇ ਅਸੀਂ, ਜਿੱਦਾਂ ਐਕਸਪਲੇਨ ਕਰਦਿਆ ਕਰੂੰਗੀ ਮੈਂ ਨਾਲ। ਠੀਕ ਹੈ, ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਇਹ ਜ਼ਰੂਰ ਤੁਹਾਡੇ ਲਈ ਹੈਲਪਫੁਲ ਹੋਏਗੀ, ਕਿਉਂਕਿ ਜਿਹੜੇ ਸਾਰੇ ਕੁਐਸਚਨਸ ਹੈ ਮੋਸ਼ਨ ਮੋਸਟਲੀ ਚੈਪਟਰ ਜਿਹੜਾ ਹੈ ਸਾਰੇ ਹੀ ਆਲਮੋਸਟ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਆਉਂਦਾ ਹੈ, ਜਿਹਦੇ ਵਿੱਚ ਜਨਰਲ ਸਾਇੰਸ ਆਉਂਦੀ ਹੋਵੇ। ਠੀਕ ਹੈ, ਤਾਂ ਮੂਵ ਕਰਦੇ ਹਾਂ ਫਸਟ ਕੁਐਸਚਨ ਵੱਲ। ਦੇਖੋ ਇੱਥੇ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ ਸਾਡੇ ਕੋਲ ਉਹ ਕੀ ਹੈਗਾ ਕਿ ਮੀਟਰ ਪਰ ਸੈਕਿੰਡ ਸਕੁਏਅਰ ਇਜ਼ ਦ ਯੂਨਿਟ ਆਫ। ਹੁਣ ਸਾਨੂੰ ਪਤਾ ਹੀ ਹੈ ਜਿਹੜੀ ਸਪੀਡ ਹੁੰਦੀ ਹੈ, ਅਤੇ ਮੀਟਰ ਪਰ ਸੈਕਿੰਡ ਸਕੁਏਅਰ ਪੁੱਛਿਆ ਹੈ ਸਾਨੂੰ ਯੂਨਿਟ, ਤਾਂ ਅਸੀਂ ਇੱਥੇ ਸਾਰਿਆਂ ਦੇ ਹੀ ਯੂਨਿਟ ਜਿਹੜੇ ਹੈ ਡਿਸਕਸ ਕਰ ਲੈਂਦੇ ਹਾਂ। ਜਿਹੜੀ ਸਪੀਡ ਅਤੇ ਵੈਲੋਸਿਟੀ ਹੈ ਇਹ ਦੋਨੋਂ ਆਲਮੋਸਟ ਸਾਡੇ ਕੋਲ ਸੇਮ ਹੀ ਯੂਨਿਟਸ ਹੁੰਦੀਆਂ ਨੇ। ਸਿਰਫ ਇੱਕ ਸਕੇਲਰ ਕੁਆਂਟਿਟੀ ਹੁੰਦੀ ਹੈ ਸਪੀਡ, ਅਤੇ ਵੈਲੋਸਿਟੀ ਜਿਹੜੀ ਹੈ ਉਹ ਵੈਕਟਰ ਕੁਆਂਟਿਟੀ ਹੁੰਦੀ ਹੈ। ਇਹਨਾਂ ਦੋਨਾਂ ਦੇ ਜਿਹੜੇ ਯੂਨਿਟ ਹੈ ਸਾਡੇ ਕੋਲ ਉਹ ਹੁੰਦੇ ਹਨ ਮੀਟਰ ਪਰ ਸੈਕਿੰਡ। ਠੀਕ ਹੈ, ਅਤੇ ਜਿਹੜਾ ਸਾਡੇ ਕੋਲ ਐਕਸਲੇਸ਼ਨ ਹੈ ਇਸ ਦੇ ਜਿਹੜੇ ਯੂਨਿਟ ਹੁੰਦੇ ਹਨ ਸਾਡੇ ਕੋਲ ਉਹ ਹੁੰਦੇ ਹਨ ਮੀਟਰ ਪਰ ਸੈਕਿੰਡ ਸਕੁਏਅਰ। ਠੀਕ ਹੈ, ਤਾਂ ਹੁਣ ਜਿਹੜਾ ਸਾਡੇ ਕੋਲ ਇੱਥੇ ਆਂਸਰ ਆਏਗਾ ਉਹ ਕੀ ਆ ਜਾਏਗਾ, ਇੱਥੇ ਆਪਸ਼ਨ C, ਮੀਟਰ ਪਰ ਸੈਕਿੰਡ ਸਕੁਏਅਰ ਇਜ਼ ਦ ਯੂਨਿਟ ਆਫ ਐਕਸਲੇਸ਼ਨ। ਠੀਕ ਹੈ, ਤਾਂ ਮੂਵ ਕਰਦੇ ਹੁਣ ਨੈਕਸਟ ਤੇ। ਨੈਕਸਟ ਕੁਐਸਚਨ ਹੈ ਸਾਡੇ ਕੋਲ ਇੱਥੇ, ਅ ਕਾਰ ਗੋਜ਼ ਫਰੋਮ ਅ ਟਾਊਨ A to ਟਾਊਨ B ਵਿਦ ਅ ਸਪੀਡ ਆਫ 40 km/h and returns back to the town A with a speed of 60 km/h. The average speed of car during complete journey is। ਤਾਂ ਆਈ ਹੋਪ ਸਾਰੇ ਹੀ ਜਿੱਦਾਂ ETT ਦੀ ਤਿਆਰੀ ਕਰ ਰਹੇ ਹੈ, ETT ਦੇ ਪੇਪਰ ਦੀ ਜਾਂ ਫਿਰ ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਸੀ, ਤਾਂ ਸਾਰਿਆਂ ਨੇ ਹੀ ਟ੍ਰੇਨ ਸਪੀਡ ਡਿਸਟੈਂਸ ਦਾ ਚੈਪਟਰ ਤਾਂ ਕੀਤਾ ਹੀ ਹੋਏਗਾ, ਕਿਉਂਕਿ ਆਲਮੋਸਟ ਸਾਰੇ ਹੀ ਐਗਜ਼ਾਮ ਦੇ ਵਿੱਚ ਇਹ ਚੈਪਟਰ ਜ਼ਰੂਰ ਆਉਂਦਾ ਹੈ ਮੈਥਮੈਟਿਕਸ ਦੇ ਵਿੱਚ। ਠੀਕ ਹੈ, ਉਸੇ ਹੀ ਬੇਸ 'ਤੇ ਅਸੀਂ ਇਸ ਕੁਐਸਚਨ ਨੂੰ ਸੋਲਵ ਕਰਾਂਗੇ। ਇੱਥੇ ਜਿਹੜਾ ਐਵਰੇਜ ਸਪੀਡ ਜਿਹੜੀ ਚੀਜ਼ ਇਹਨਾਂ ਨੇ ਪੁੱਛੀ ਹੋਈ ਹੈ ਉਸਦਾ ਇੱਕ ਫਾਰਮੂਲਾ ਹੁੰਦਾ ਹੈ ਸਾਡੇ ਕੋਲ 2 into ਜਿਹੜੀ ਤੁਹਾਡੇ ਕੋਲ ਪਹਿਲੀ ਸਪੀਡ ਦਿੱਤੀ ਹੋਈ ਹੈ 40, ਦੂਸਰੀ ਸਪੀਡ ਦਿੱਤੀ ਹੋਈ ਹੈ 60। ਠੀਕ ਹੈ, ਅਤੇ ਡਿਵਾਈਡਡ ਬਾਏ ਦੋਨਾਂ ਹੀ ਸਪੀਡ ਦਾ ਸਮ, ਸਾਡੇ ਕੋਲ ਸਮ ਕੀ ਆ ਗਿਆ ਇਹਨਾਂ ਦਾ 100। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ। ਐਵਰੇਜ ਸਪੀਡ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਸਾਡੇ ਕੋਲ 2 into ਪ੍ਰੋਡਕਟ ਆਫ ਬੋਥ ਦਾ ਸਪੀਡਸ ਐਂਡ ਨੀਚੇ ਕੀ ਚੀਜ਼ ਡਿਨੋਮੀਨੇਟਰ ਦੇ ਵਿੱਚ ਆ ਜਾਣਾ ਉਹਨਾਂ ਦੋਨਾਂ ਸਪੀਡਸ ਦਾ ਸਮ। ਅਤੇ ਇੱਥੇ ਜਿਹੜੀ ਸੋਲਵ ਹੋ ਕੇ ਸਾਡੇ ਕੋਲ ਬਚਿਆ ਹੈ 0 ਨਾਲ 0 ਦੋਨੋਂ ਇੱਕ ਕੱਟ ਜਾਣਗੇ, ਅਤੇ ਸਾਡੇ ਕੋਲ ਬਚੇਗਾ 6 into 4 24, 24 into 2 48। ਤਾਂ ਸਾਡੇ ਕੋਲ ਜਿਹੜਾ ਆਂਸਰ ਆ ਜਾਏਗਾ ਇਹ ਆਪਸ਼ਨ ਸਾਡਾ ਇਸ ਦਾ ਪਰਫੈਕਟ ਆਂਸਰ ਹੋਏਗਾ। ਠੀਕ ਹੈ, ਮੂਵ ਕਰਦੇ ਹੁਣ ਨੈਕਸਟ ਕੁਐਸਚਨ ਵੱਲ। ਥਰਡ ਕੁਐਸਚਨ ਸਾਡਾ ਨੈਕਸਟ ਕੁਐਸਚਨ ਹੈ ਸਾਡਾ ਦ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਟਾਈਮ। ਠੀਕ ਹੈ, ਹੁਣ ਅਸੀਂ ਹਮੇਸ਼ਾ ਹੀ 3 ਚੀਜ਼ਾਂ ਜਿਹੜੀਆਂ ਪੜ੍ਹੀਆਂ ਹੁੰਦੀਆਂ ਹਨ, ਜਿਹੜੀ ਮੋਸਟਲੀ ਸਾਇੰਸ ਦੇ ਵਿੱਚ ਜਦ ਅਸੀਂ ਇਕੁਏਸ਼ਨ ਆਫ ਮੋਸ਼ਨਸ ਜਾਂ ਫਿਰ ਮੋਸ਼ਨਸ ਪੜ੍ਹਦੇ ਹਾਂ, 3 ਚੀਜ਼ਾਂ 'ਤੇ ਬੇਸਡ ਹੁੰਦੇ ਹਾਂ। ਜਿਹੜਾ ਸਭ ਤੋਂ ਪਹਿਲੇ ਸਾਡੇ ਕੋਲ ਇੱਕ ਡਿਸਟੈਂਸ, ਦੂਸਰੀ ਚੀਜ਼ ਸਾਡੇ ਕੋਲ ਵੈਲੋਸਿਟੀ, ਅਤੇ ਤੀਸਰੀ ਚੀਜ਼ ਸਾਡੇ ਕੋਲ ਐਕਸਲੇਸ਼ਨ ਹੁੰਦੀ ਹੈ। ਇਹਨਾਂ ਤਿੰਨਾਂ ਵਿੱਚ ਹਮੇਸ਼ਾ ਹੀ ਰਿਲੇਸ਼ਨ ਹੁੰਦਾ ਹੈ। ਜਦ ਵੀ ਅਸੀਂ ਡਿਸਟੈਂਸ ਨੂੰ ਜਾਂ ਫਿਰ ਡਿਸਪਲੇਸਮੈਂਟ ਨੂੰ, ਅਸੀਂ ਦੋਨਾਂ ਚੀਜ਼ਾਂ 'ਤੇ ਗੱਲ ਕਰ ਸਕਦੇ ਹਾਂ, ਡਿਸਟੈਂਸ ਅਤੇ ਡਿਸਪਲੇਸਮੈਂਟ ਨੂੰ ਵਿਦ ਰਿਸਪੈਕਟ ਟੂ ਟਾਈਮ ਚੇਂਜ ਕਰਦੇ ਹਾਂ, ਤਾਂ ਸਾਡੇ ਕੋਲ ਕਿਹਦਾ ਆਂਸਰ ਆ ਜਾਂਦਾ ਹੈ, ਉਸ ਨੂੰ ਕੀ ਬੋਲਿਆ ਜਾਂਦਾ ਹੈ, ਵੈਲੋਸਿਟੀ। ਹੁਣ ਮੈਂ ਬੋਲ ਸਕਦੀ ਹਾਂ ਕਿ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਟਾਈਮ ਜਾਂ ਫਿਰ ਚੇਂਜ ਆਫ ਡਿਸਟੈਂਸ ਵਿਦ ਰਿਸਪੈਕਟ ਟੂ ਟਾਈਮ। ਜਦ ਵੀ ਇਹ 2 ਚੀਜ਼ਾਂ ਆਉਂਦੀਆਂ ਹਨ, ਜਦ ਸਾਡੇ ਕੋਲ ਡਿਸਪਲੇਸਮੈਂਟ ਦੀ ਗੱਲ ਕੀਤੀ ਹੋਈ, ਹੁਣ ਜਿੱਦਾਂ ਸਾਡੇ ਕੋਲ ਕੁਐਸਚਨ ਦੇ ਵਿੱਚ ਡਿਸਪਲੇਸਮੈਂਟ ਦੀ ਗੱਲ ਕੀਤੀ ਹੋਈ ਹੈ, ਤਾਂ ਇੱਥੇ ਜਿਹੜਾ ਸਾਡੇ ਕੋਲ ਆਂਸਰ ਬਣੇਗਾ ਵੈਲੋਸਿਟੀ। ਇਹ ਜਿਹੜਾ ਹੈ ਇੱਥੇ ਇਹ ਗਲਤ ਹੈ, ਵੈਲੋਸਿਟੀ। ਜਦ ਡਿਸਪਲੇਸਮੈਂਟ ਦੀ ਗੱਲ ਹੋਵੇ ਤਾਂ ਆਂਸਰ ਵੈਲੋਸਿਟੀ ਆਏਗਾ। ਜਦ ਸਾਡੇ ਕੋਲ ਇੱਥੇ ਡਿਸਟੈਂਸ ਦੀ ਗੱਲ ਕੀਤੀ ਹੋਏ ਤਾਂ ਆਂਸਰ ਜਿਹੜਾ ਹੈ ਸਾਡੇ ਕੋਲ ਕੀ ਬਣ ਜਾਏਗਾ, ਸਪੀਡ ਬਣ ਜਾਏਗਾ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ। ਅਤੇ ਇਸ ਤੋਂ ਅੱਗੇ ਇੱਕ ਹੋਰ ਤਰ੍ਹਾਂ ਦੀ ਕੁਐਸਚਨ ਆ ਜਾਂਦਾ ਹੈ ਪੇਪਰ ਦੇ ਵਿੱਚ, ਜਿਹਦੇ ਵਿੱਚ ਕੀ ਚੀਜ਼ ਹੈ, ਜਦ ਉਸਨੂੰ ਬੋਲਿਆ ਜਾਏ ਕਿ ਅਗਰ ਅਸੀਂ ਵੈਲੋਸਿਟੀ ਨੂੰ ਵਿਦ ਰਿਸਪੈਕਟ ਟੂ ਟਾਈਮ ਚੇਂਜ ਕਰੀਏ, dv/dt ਕਰ ਦਈਏ, ਤਾਂ ਸਾਡਾ ਕੀ ਇੱਥੇ ਆਂਸਰ ਆਏਗਾ, ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ ਇਜ਼ ਕਾਲਡ, ਕਿਆ ਹੁੰਦਾ ਹੈ, ਉਸ ਨੂੰ ਅਸੀਂ ਕੀ ਬੋਲਦੇ ਹਨ, ਐਕਸਲਰੇਸ਼ਨ ਬੋਲਦੇ ਹਾਂ। ਤਾਂ ਮੈਂ ਤਿੰਨੋਂ ਹੀ ਰਿਲੇਸ਼ਨ ਜਿਹੜੇ ਹੈ ਤੁਹਾਨੂੰ ਸਮਝਾ ਦਿੱਤੇ ਹੈ ਕਿ ਜਿਹੜੀ ਅਗਰ ਅਸੀਂ ਡਿਸਪਲੇਸਮੈਂਟ ਨੂੰ ਵਿਦ ਰਿਸਪੈਕਟ ਟੂ ਟਾਈਮ ਚੇਂਜ ਕਰੀਏ ਤਾਂ ਉਹ ਕੀ ਹੁੰਦਾ ਹੈ ਸਾਡੇ ਕੋਲ, ਵੈਲੋਸਿਟੀ। ਅਗਰ ਅਸੀਂ ਡਿਸਟੈਂਸ ਨੂੰ ਵਿਦ ਰਿਸਪੈਕਟ ਟੂ ਟਾਈਮ ਚੇਂਜ ਕਰੀਏ ਦੈਨ ਸਪੀਡ, ਅਤੇ ਲਾਸਟ ਵਿੱਚ ਅਗਰ ਅਸੀਂ ਵੈਲੋਸਿਟੀ ਨੂੰ ਵਿਦ ਰਿਸਪੈਕਟ ਟੂ ਟਾਈਮ ਚੇਂਜ ਕਰੀਏ ਦੈਟ ਇਜ਼
एक्सेलेरेशन होता है। ठीक है, तो मूव करते हैं हुण नैक्सट क्वेश्चन वाल। आई होप तुहानूं ये क्वेश्चन अच्छी तरह समझ आ गया होगा, क्योंकि इसके बेस्ड हमेशा ही इन्हां तिन्नां रिलेशनस दे विचों एक ना एक क्वेश्चन जरूर पूछा जाता है। ठीक है, तो नैक्सट क्वेश्चन है साडा हुण नैक्सट क्वेश्चन भी जिहड़ा हैगा वो साडे कोल इक्वेशन ऑफ मोशन ते बेस्ड है। हुण सानूं तीनों ही इक्वेशनस पहले तो याद होणियां चाहीदियां। ठीक है, अगर ये तीन इक्वेशनस सानूं याद होण, अगर ये तीन इक्वेशन सानूं याद होंगे तो ही असीं की कर सकते हैं इस क्वेश्चन या फिर होर जिहड़े न्यूमेरिकल्स उन्हां दे बेस्ड आंदे उन्हां नूं सोल्व कर सकते हैं। तो मैं एक बार पहले तुहानूं तीनों ही इक्वेशनस जिहड़ियां हाँ रिवाइज करवा दिंदी हाँ। सब तो पहली इक्वेशन साडे कोल हुंदी है v = u + at। ठीक है, नैक्सट जिहड़ी इक्वेशन साडे कोल हुंदी है v² - u² = 2as। ठीक है, नैक्सट जिहड़ा हुण साडे को लास्ट इक्वेशन जिहड़ी हुंदी साडे को s = ut + ½ at²। ठीक है, ये जिहड़ियां तीन इक्वेशनस ऑफ मोशनस हमेशा ही साइंस के मोशन चैप्टर विच बहुत इंपोर्टेंट होंदियां हैं। ऑलमोस्ट बच्चे जिहड़े हैं इन्हां विच बहुत ज़्यादा कन्फ्यूज हो जाते हैं, बट ये तीन इक्वेशनस सानूं याद होणियां चाहीदियां हैं। जद भी साडे को इक्वेशन ऑफ मोशन सिंपल पूछा होवे तो असीं उहनूं एक्सेलेरेशन दे विच लिखदे हां, जिद्दां इत्थे ए लिखिया होया है। तो जद भी तुहाडे को अंडर ग्रैविटी विच क्वेश्चन आए तो तुसीं कुछ नहीं करना, सिर्फ ए दी जगह की लिख देना है -g। ठीक है, हुण नैक्सट चलते हैं। हुण तुहानूं क्वेश्चन की चीज़ है, तुसीं तीनों ही इक्वेशनस नूं अच्छी तरह याद कर लेना। हुण तुसीं क्वेश्चन देखो, तुहानूं पुछिया है कि अगर तुहानूं एक इनीशियल वेलोसिटी दित्ती है बॉडी दी u, नैक्सट तुहानूं एक्सेलेरेशन दित्ती है a, इट्स वेलोसिटी v एट एनी टाइम t इज़ गिवन बाय। हुण तुहाडे को एक चीज़ उन्होंने u दे दित्ती, v दे दित्ती, ए दे दित्ती ते टी दे दित्ती। इस चार चीज़ों नाल तुहानूं इक्वेशन बनानी है। तुसीं सब तो पहले ऑप्शनस चैक करो कि तुहाडीआं जिहड़ी इक्वेशनस ऑफ मोशनस हैगियां किहड़ियां मैच कर रही हैं। हुण तुसीं पहली देखो ए ऑप्शन जिहड़ा है v = u + at², इदां दी कोई भी इक्वेशन नहीं है साडे को। ठीक है, नैक्सट देखो v = u + ½ at²। हुण बच्चे कन्फ्यूज़ हो जाते हैं कि उन्होंने इस तरह की इक्वेशन तो पढ़ी है u + ½ at², बट तुसीं ध्यान नाल देखो इहदे अगे की लिखिया होया है v, इस करके ए तुहाडा करैक्ट आंसर नहीं होएगा। v इज़ नॉट करैक्ट आंसर, ए इज़ नॉट करैक्ट आंसर। इत्थे जिहड़ा साडा सही आंसर है वो की आएगा v = u + at। सी ऑप्शन साडा बिल्कुल सही बन रहा है। ठीक है, आई होप तुहानूं समझ आ गया होएगा। मूव करते हैं हुण नैक्सट क्वेश्चन वाल। देखो नैक्सट क्वेश्चन है साडा थ्योरी बेस्ड क्वेश्चन है, एक सिंपल जिहा। डिस्टेंस कवर्ड इन टाइम t बाय अ बॉडी हैविंग initial velocity u having a uniform acceleration is a given by की चीज़ दी सानूं इक्वेशन दे दी है एक उन्होंने दैट s = ut + ½ at²। रिजल्ट की फॉलो करता है, इट मीनस इन्होंने की चीज़ पूछी है साडे को कि रिजल्ट जिहड़ा है ये सारे थले दिते हैं न्यूटन फर्स्ट ला, न्यूटन सैकेंड ला, न्यूटन थर्ड ला, इन्हां तिन्नां विचों किस तो लिया गया है। हुण सानूं इन्नी चीज़ तो पता ही है कि ये इक्वेशन ऑफ मोशन है। की चीज़ है साडे को इक्वेशन ऑफ मोशन। ठीक है, अगर ये इक्वेशन ऑफ मोशन है तो असी इनू किसी भी ला दे विच नहीं पढ़िया है। हुण सानूं पता होना चाहिए है कि तीनों ला की चीज़ हैं। ठीक है, मैं तुहानूं सारिआं नूं एक बार डिफाइन कर दिंदी हाँ। न्यूटन्स फर्स्ट ला जिहड़ा है साडे को की चीज़ हुंदी है कि अगर जब तक असी कोई एक्सटर्नल फोर्स किसी चीज़ से अप्लाई ना करन तो वो तद तक चीज़ जिहड़ी है रेस्ट ते ही रहिंदी है। ठीक है, न्यूटन्स फर्स्ट ला की हुंदा है कि जब तक असी किसी वस्तु ते किसी ऑब्जेक्ट ते एक्सटर्नल फोर्स अप्लाई नहीं करते तो वो चीज़ जिहड़ी है ऑब्जेक्ट जिहड़ा है एज यूजल रेस्ट ते रहिंदा है। ठीक है, न्यूटन सैकेंड ला जिहड़ा है उहदे विच की है dp/dt। ठीक है, एफ जिहड़ा हुंदा जिहड़ी फोर्स हुंदी है वो डायरैक्टली प्रोपोर्शनल हुंदी है किस चीज़ से चेंज इन मोमेंटम विद रिस्पैक्ट टू टाइम दे। ठीक है, तो इहदा भी साडे नाल कोई लिंक नहीं है इस इक्वेशन दे। ठीक है, हुण न्यूटन थर्ड ला तो सारिआं नूं पता ही हुंदा है कि देयर इज़ एवरी एक्शन हैज़ एन इक्वल एंड ओपोजिट रिएक्शन। तो इस चीज़ का भी साडे को कोई भी इस इक्वेशन नाल कोई रिलेशन नहीं है। तो आई होप तुहानूं ये क्वेश्चन बहुत चंगी तरह समझ आ गया होएगा कि जिहड़ी साडे को इक्वेशन इत्थे दित्ती हुई सीगी वो एक इक्वेशन ऑफ मोशन है, बट वी डिडंट हैव टेकन दैट न्यूटन्स फर्स्ट ला, न्यूटन सैकेंड ला, न्यूटन्स थर्ड ला, किसी तो भी नहीं लई असी। वो साडा नन ऑफ दीज जिहड़ा इहदा आंसर आ जाएगा। ठीक है, तो मूव करते हैं हुण नैक्सट क्वेश्चन वाल। नैक्सट क्वेश्चन है साडा न्यूमेरिकल है, बहुत ही वधिया। मोस्टली चांसिस होंदे हैं एग्जाम्स दे विच कि इदां दे न्यूमेरिकल्स जिहड़े है
ਲੈ ਲੈਂਦੇ ਹਨ, ਠੀਕ ਹੈ, ਕਿਉਂਕਿ ਇਹ ਕੁਐਸਚਨਸ ਜਿਹੜੇ ਹੈ ਮੈਥਸ ਦੇ ਵਿੱਚ ਵੀ ਬਹੁਤ ਹੀ ਕੋਮਨ ਜੀ ਲੈਂਗੁਏਜ ਦੇ ਵਿੱਚ ਆ ਜਾਂਦੇ ਹਨ ਅਤੇ ਇਹ ਸਾਡੇ ਡੇਲੀ ਲਾਈਫ ਨਾਲ ਵੀ ਬਹੁਤ ਹੀ ਜ਼ਿਆਦਾ ਰਿਲੇਟਡ ਹੁੰਦੇ ਹਨ, ਠੀਕ ਹੈ। ਹੁਣ ਤੁਸੀਂ ਅਗਰ ਮੋਸ਼ਨ ਚੈਪਟਰ ਪੂਰਾ ਚੰਗੀ ਤਰ੍ਹਾਂ ਪੜ੍ਹਿਆ ਹੋਵੇ ਤਾਂ ਤੁਹਾਨੂੰ ਡਿਸਟੈਂਸ ਅਤੇ ਡਿਸਪਲੇਸਮੈਂਟ ਦੇ ਵਿੱਚ ਫ਼ਰਕ ਜ਼ਰੂਰ ਪਤਾ ਹੋਵੇਗਾ, ਠੀਕ ਹੈ। ਅਤੇ ਇਹ ਕੁਐਸਚਨ ਜਿਹੜਾ ਹੈ ਇਹਦੇ ਓਪਸ਼ਨਸ ਜਿਹੜੀਆਂ ਹੈ ਦੋਨੋਂ ਹੀ ਡਿਸਟੈਂਸ ਅਤੇ ਡਿਸਪਲੇਸਮੈਂਟ ਵੇਸਡ ਹੈਗੇ, ਅਤੇ ਅਗਰ ਕਿਸੇ ਬੱਚੇ ਨੂੰ ਇਹਨਾਂ ਦੋਨਾਂ ਚੀਜ਼ਾਂ ਵਿੱਚ ਕਨਫਿਊਜ਼ਨ ਹੈ ਤਾਂ ਉਹ ਜ਼ਰੂਰ ਆਪਣੇ ਕੰਸੈਪਟ ਕਲੀਅਰ ਕਰ ਲੈਣ, ਅਤੇ ਮੈਂ ਵੀ ਅੱਗੇ ਇੱਥੇ ਦੱਸ ਦਿੰਦੀ ਹਾਂ ਤੁਹਾਨੂੰ ਕਿ ਇਹਨਾਂ ਦੋਨਾਂ ਚੀਜ਼ਾਂ ਵਿੱਚ ਫ਼ਰਕ ਕੀ ਹੁੰਦਾ ਹੈ, ਠੀਕ ਹੈ। ਹੁਣ ਦੇਖੋ ਇਹਨਾਂ ਨੇ ਕੀ ਚੀਜ਼ ਪੁੱਛੀ ਹੈ, ਤੇ ਅ ਬਾਲ ਇਜ਼ ਥਰੋਨ ਵਰਟੀਕਲੀ ਅਪਵਰਡ, ਇਟ ਰਾਈਜ਼ਿਜ਼ ਟੂ ਅ ਹਾਈਟ ਆਫ 50 ਮੀਟਰ। ਇਹਨੂੰ 50 ਮੀਟਰ ਗੇਂਦ ਨੂੰ ਉਛਾਲਿਆ, ਠੀਕ ਹੈ, ਅਤੇ ਇਹ ਵਾਪਸ ਆ ਗਈ ਥਰੋਅਰ ਦੇ ਕੋਲ, ਠੀਕ ਹੈ। ਜਿਸ ਮੈਨ ਨੇ ਇਹਨੂੰ ਥਰੋ ਕੀਤਾ ਹੈ ਉਹ ਉਸਦੇ ਹੱਥਾਂ ਵਿੱਚ ਵਾਪਸ ਆ ਗਈ। ਤਾਂ ਇਹਨਾਂ ਨੇ ਹੁਣ ਪੁੱਛਿਆ ਕਿ ਨਾ ਆਪਸ਼ਨਸ ਦੇ ਵਿੱਚੋਂ ਰਾਈਟ ਆਨਸਰ ਕੀ ਹੈ, ਠੀਕ ਹੈ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਡਿਸਟੈਂਸ ਅਤੇ ਡਿਸਪਲੇਸਮੈਂਟ ਦਾ ਮਤਲਬ ਸਮਝਾ ਦਿੰਦੀ ਹਾਂ। ਹੁਣ ਦੇਖੋ ਅਗਰ ਅਸੀਂ ਕੀ ਬੋਲਦੇ ਹਾਂ ਕਿ ਅਗਰ ਕੋਈ ਮੈਨ ਏ ਹੈਗਾ, ਏ ਮੈਨ ਇੱਧਰੋਂ ਸਟਾਰਟ ਹੋਇਆ ਇੱਕ ਪੁਆਇੰਟ ਤੋਂ, ਠੀਕ ਹੈ। ਇਸ ਏ ਮੈਨ ਨੇ ਇੱਧਰੋਂ ਸਟਾਰਟ ਕੀਤਾ, ਨੈਕਸਟ ਮੂਵ ਕੀਤਾ, ਨੈਕਸਟ ਮੂਵ ਕੀਤਾ, ਨੈਕਸਟ ਮੂਵ ਕੀਤਾ, ਇੱਥੇ ਪੁੱਜ ਗਿਆ। ਸਮਝ ਆ ਗਈ ਇੰਨੀ ਚੀਜ਼। ਹੁਣ ਮੈਂ ਤੁਹਾਡੇ ਵਾਸਤੇ ਮੰਨ ਲੈਂਦੀ ਹਾਂ ਕਿ ਇਹ ਕਿੰਨਾ ਹੈ, ਇੱਥੇ 5 ਮੀਟਰ ਹੈ, ਨੈਕਸਟ 4 ਮੀਟਰ ਹੈ, ਠੀਕ ਹੈ, ਨੈਕਸਟ 9 ਮੀਟਰ ਹੈ, ਅਤੇ ਇਹ 5 ਮੀਟਰ ਹੈ, ਠੀਕ ਹੈ। ਤਾਂ ਹੁਣ ਤੁਹਾਡੇ ਕੋਲ ਅਗਰ ਪੁੱਛਿਆ ਜਾਵੇ ਕਿ ਏ ਨੇ ਕਿੰਨਾ ਡਿਸਟੈਂਸ ਕਵਰ ਕੀਤਾ, ਧਿਆਨ ਨਾਲ ਸੁਣਿਓ ਪਲੀਜ਼ ਇਸ ਚੀਜ਼ ਨੂੰ ਕਿ ਏ ਨੇ ਕਿੰਨਾ ਡਿਸਟੈਂਸ ਕਵਰ ਕੀਤਾ, ਅਤੇ ਇੱਥੇ ਕੀ ਚੀਜ਼ ਆ ਜਾਏਗੀ ਤੁਹਾਡੇ ਕੋਲ, ਤੁਸੀਂ ਡਿਸਟੈਂਸ ਵਿੱਚ ਕੀ ਕਰਨਾ ਹੈ, ਇਸ ਸਾਰੀ ਹੀ ਵੈਲਿਊਜ਼ ਨੂੰ 5 + 4 + 9 + 5 ਇਹ ਸਾਰਾ ਹੀ ਐਡ ਕਰ ਦੇਣਾ ਹੈ। ਇਸ ਨੂੰ ਅਸੀਂ ਕੀ ਬੋਲਦੇ ਹਾਂ, ਡਿਸਟੈਂਸ ਬੋਲਦੇ ਹਾਂ, ਠੀਕ ਹੈ। ਕਿ ਉਹ ਆਪਣੇ ਪੁਆਇੰਟ ਤੋਂ ਲੈ ਕੇ ਕਿੰਨਾ ਰਸਤਾ ਉਸਨੇ ਕਵਰ ਕੀਤਾ, ਚਾਹੇ ਉਹ ਕਿਸੇ ਵੀ ਰਸਤੇ ਤੋਂ ਗਿਆ, ਠੀਕ ਹੈ, ਉਸ ਨੂੰ ਡਿਸਟੈਂਸ ਬੋਲਿਆ ਜਾਂਦਾ ਹੈ। ਨੈਕਸਟ ਹੈ ਸਾਡੇ ਕੋਲ ਡਿਸਪਲੇਸਮੈਂਟ। ਆਈ ਹੋਪ ਡਿਸਟੈਂਸ ਤੁਹਾਨੂੰ ਸਮਝ ਆ ਗਿਆ ਹੋਊਗਾ, ਠੀਕ ਹੈ, ਕਿ ਉਹ ਕਿੱਥੇ ਕਿੱਥੇ ਗਿਆ ਉਹ ਤੁਸੀਂ ਸਾਰਾ ਹੀ ਚੈੱਕ ਕਰਨਾ ਹੈ, ਉਹ ਡਿਸਟੈਂਸ ਹੈਗਾ। ਹੁਣ ਡਿਸਪਲੇਸਮੈਂਟ ਕੀ, ਡਿਸਪਲੇਸਮੈਂਟ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਬੰਦਾ ਹੈ, ਜਿਹੜਾ ਕੋਈ ਮੂਵ ਕੀਤੀ ਚੀਜ਼ ਹੈ, ਠੀਕ ਹੈ, ਉਹਨੂੰ ਉਸ ਦੇ ਰਸਤੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ 5 4 9 5 ਉਸਨੇ ਕਿਸ ਤਰ੍ਹਾਂ ਆਪਣਾ ਡਿਸਟੈਂਸ ਕਵਰ ਕੀਤਾ ਹੈ, ਕੋਈ ਮਤਲਬ ਨਹੀਂ। ਉਹਨੇ ਸਿਰਫ ਚੈੱਕ ਕਰਨਾ ਹੈ ਕਿ ਉਹਦੀ ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ ਦੇ ਵਿੱਚ ਕਿੰਨਾ ਡਿਫਰੈਂਸ ਹੈ, ਦੈਟ ਇਜ਼ ਕਾਲਡ ਡਿਸਪਲੇਸਮੈਂਟ। ਸਮਝ ਆ ਗਈ ਮੇਰੀ ਇੰਨੀ ਚੀਜ਼। ਮਤਲਬ ਤੁਸੀਂ ਕਿੱਥੇ ਵੀ ਘੁੰਮ ਕੇ ਆਓ, ਇਹ ਕੋਈ ਮੈਟਰ ਨਹੀਂ ਕਰਦਾ, ਉਹ ਸਿਰਫ ਇਸ ਚੀਜ਼ ਨੂੰ ਬੋਲੇਗਾ। ਜਿੱਦਾਂ ਅਗਰ ਮੈਂ ਦੱਸਾਂ ਕਿ ਇਹ ਜਿਹੜਾ ਹੈ ਇਸ ਫਾਈਨਲ ਪੋਜੀਸ਼ਨ ਦੇ ਵਿੱਚ ਜਿਹੜਾ ਹੈ, ਅਤੇ ਏ ਅਤੇ ਬੀ, ਮਤਲਬ ਮੈਂ ਇਸ ਪੁਆਇੰਟ ਨੂੰ ਕੀ ਮੰਨ ਲੈਂਦੀ ਹਾਂ, ਬੀ ਮੰਨ ਲੈਂਦੀ ਹਾਂ, ਫਾਈਨਲ ਜਿਹੜਾ ਹੈ ਇਸ ਪੁਆਇੰਟ ਨੂੰ ਬੀ ਮੰਨ ਕੇ ਅਗਰ ਅਸੀਂ ਚੈੱਕ ਕਰੀਏ ਕਿ ਇਹਦਾ ਡਿਸਟੈਂਸ, ਅਤੇ ਇਸ ਡਿਸਟੈਂਸ ਨੂੰ ਮੈਂ ਮੰਨ ਲਿਆ ਕਿ ਇਹ 6 ਹੈ, ਤਾਂ ਜਿਹੜਾ ਡਿਸਪਲੇਸਮੈਂਟ ਹੈ ਉਹ ਕਿੰਨਾ ਆ ਜਾਏਗਾ ਤੁਹਾਡੇ ਕੋਲ, ਏ ਬੀ ਦਾ, ਉਹ ਆ ਜਾਏਗਾ 6, ਅਤੇ ਜਿਹੜਾ ਏ ਨੇ ਡਿਸਟੈਂਸ ਕਵਰ ਕੀਤਾ ਹੈ ਉਹ ਕਿੰਨਾ ਆ ਜਾਏਗਾ ਤੁਹਾਡੇ ਕੋਲ 23। ਜਿਹੜਾ 23 ਉਹ ਸਾਰੇ ਸਮ ਕਰਕੇ ਆਇਆ ਹੈ ਡਿਸਟੈਂਸ, ਅਤੇ ਜਿਹੜਾ ਇਨੀਸ਼ੀਅਲ ਅਤੇ ਫਾਈਨਲ ਦੇ ਵਿੱਚ ਡਿਫਰੈਂਸ ਹੈ ਦੈਟ ਇਜ਼ 6। ਸਮਝ ਆ ਗਈ ਇੰਨੀ ਚੀਜ਼। ਹੁਣ ਅਗਰ ਮੈਂ ਤੁਹਾਨੂੰ ਇੱਕ ਸਿੱਧਾ ਜਿਹਾ ਕੁਐਸਚਨ ਪੁੱਛਾਂ ਕਿ ਇੱਕ ਮੈਨ ਹੈ, ਉਹ ਇਸ ਪੁਆਇੰਟ ਤੋਂ ਸਟਾਰਟ ਹੋ ਕੇ ਇੱਥੇ ਆਇਆ ਹੈ, ਠੀਕ ਹੈ, ਇਸ ਪੁਆਇੰਟ ਤੋਂ ਸਟਾਰਟ ਹੋਇਆ ਸੀਗਾ ਅਤੇ ਇसी ਪੁਆਇੰਟ 'ਤੇ ਐਂਡ ਕੀਤਾ ਹੈ, ਇਹਦਾ ਮਤਲਬ ਕੀ ਚੀਜ਼ ਹੈ, ਇਹਦਾ ਮਤਲਬ ਹੈ ਕਿ ਜਿਹੜਾ ਡਿਸਟੈਂਸ ਹੈ, ਡਿਸਟੈਂਸ 'ਤੇ ਲਿਖ ਦਿੰਦੇ ਹਾਂ ਕਿ ਇਹ 100 ਮੀਟਰ ਜਿਹੜਾ ਹੈ, 100 ਮੀਟਰ ਸਰਕਮਫਰੈਂਸ ਦਾ ਸਰਕਲ ਸੀਗਾ, ਠੀਕ ਹੈ। ਸਮਝ ਆ ਗਈ ਇੰਨੀ ਚੀਜ਼। ਮਤਲਬ ਅਗਰ ਅਸੀਂ ਇਹਨੂੰ ਪੁੱਛੀਏ ਕਿ ਉਹਨੇ ਡਿਸਟੈਂਸ ਕਿੰਨਾ ਕਵਰ ਕੀਤਾ ਹੈ ਤਾਂ ਉਹ ਕਿੰਨਾ ਆ ਜਾਏਗਾ 100 ਮੀਟਰ, ਅਤੇ ਅਗਰ ਅਸੀਂ ਪੁੱਛੀਏ ਕਿ ਉਹਦੀ ਡਿਸਪਲੇਸਮੈਂਟ ਕਿੰਨੀ ਹੈ, ਡਿਸਪਲੇਸਮੈਂਟ ਕਿੰਨੀ ਹੈ, ਤਾਂ ਡਿਸਪਲੇਸਮੈਂਟ ਸਾਨੂੰ ਪਤਾ ਹੈ ਕਿ ਇਨੀਸ਼ੀਅਲ ਤੋਂ ਲੈ ਕੇ ਫਾਈਨਲ ਪੋਜੀਸ਼ਨ ਦੇ ਵਿੱਚ ਡਿਫਰੈਂਸ ਤਾਂ ਉਹ ਬਿਲਕੁਲ ਵੀ ਨਹੀਂ ਹੈ। ਉਸਨੇ ਜਿਸ ਪੁਆਇੰਟ ਤੋਂ ਸਟਾਰਟ ਕੀਤਾ ਸੀਗਾ ਉਹ ਉਸੇ ਪੁਆਇੰਟ 'ਤੇ ਐਂਡ ਕਰਦਾ ਪਿਆ, ਇਸ ਦਾ ਮਤਲਬ ਉਸਦੀ ਡਿਸਪਲੇਸਮੈਂਟ ਜਿਹੜੀ ਹੈ ਉਹ 0 ਹੈ। ਆਈ ਹੋਪ ਤੁਹਾਨੂੰ ਇਹਨਾਂ ਦੋਨਾਂ ਚੀਜ਼ਾਂ ਵਿੱਚ ਕਲੀਅਰੈਂਸ ਹੋ ਗਈ ਹੋਏਗੀ ਕਿ ਡਿਸਟੈਂਸ ਅਤੇ ਡਿਸਪਲੇਸਮੈਂਟ ਕੀ ਚੀਜ਼ਾਂ ਹਨ, ਠੀਕ ਹੈ। ਹੁਣ ਤੁਸੀਂ ਆਪਸ਼ਨ ਨੂੰ ਈਜ਼ੀਲੀ ਰੈਡ ਕਰ ਸਕਦੇ ਹੋ ਕਿ ਆਪਸ਼ਨਸ ਦੇ ਵਿੱਚ ਕੀ ਚੀਜ਼ ਬੋਲੀ ਗਈ ਹੈ। ਦੇਖੋ ਆਪਸ਼ਨ ਵਿੱਚ ਇਹ ਦੱਸਿਆ ਹੈ ਕਿ ਜਿਹੜੀ ਪਹਿਲੇ ਕੁਐਸਚਨ ਜਿਹੜਾ ਸਮਝ ਲਵੋ ਕਿ ਬੋਲ ਨੂੰ ਥਰੋਅਰ ਨੇ ਜਦ ਥਰੋ ਕੀਤਾ ਉਹ ਉਸਦੇ ਹੱਥਾਂ ਤੋਂ ਸਟਾਰਟ ਹੋਈ, ਠੀਕ ਹੈ, ਉੱਪਰ ਉਛਲੀ ਅਤੇ ਉਸਦੇ ਹੱਥਾਂ 'ਚ ਹੀ ਵਾਪਸ ਆ ਗਈ, ਠੀਕ ਹੈ। ਹੁਣ ਤੁਸੀਂ ਆਪਸ਼ਨਸ ਨੂੰ ਪੜ੍ਹੋ। ਟੋਟਲ ਡਿਸਟੈਂਸ ਕਵਰਡ ਬਾਈ ਬॉल इज़ 0, ਇਹ ਤਾਂ ਬਿਲਕੁਲ ਗਲਤ ਹੈ ਕਿਉਂਕਿ ਉਹ ਉੱਪਰ ਗਈ ਵੀ ਹੈ, ਨੀਚੇ ਆਈ ਵੀ ਹੈ, ਤਾਂ ਡਿਸਟੈਂਸ ਤਾਂ 0 ਨਹੀਂ ਹੋ ਸਕਦਾ, ਠੀਕ ਹੈ। ਨੈਟ ਡਿਸਪਲੇਸਮੈਂਟ ਆਫ ਬॉल इज़ 0, ਹਾਂ ਇਹ ਹੋ ਸਕਦਾ ਹੈ ਕਿਉਂਕਿ ਬॉल ਥਰੋਅਰ ਦੇ ਹੱਥਾਂ ਤੋਂ ਸ਼ੁਰੂ ਹੋਈ ਅਤੇ ਉਹਦੇ ਹੱਥਾਂ ਵਿੱਚ ਹੀ ਵਾਪਸ ਆ ਗਈ, ਉਹਦਾ ਇਨੀਸ਼ੀਅਲ ਅਤੇ ਫਾਈਨਲ ਪੁਆਇੰਟ ਕੀ ਹੋ ਗਿਆ, ਸੇਮ ਹੋ ਗਿਆ। ਇਸ ਕਰਕੇ ਇਹਦਾ ਵੈਸੇ ਆਪਸ਼ਨ ਤਾਂ ਤੁਹਾਨੂੰ ਪਤਾ ਹੀ ਲੱਗ ਰਿਹਾ ਹੈ ਕਿ ਇੱਥੇ ਬੀ ਹੀ ਬਣੇਗਾ, ਬਿਲਕੁਲ ਸਹੀ ਆਂਸਰ। ਬਟ ਨੈਕਸਟ ਆਪਸ਼ਨਸ ਵੀ ਅਸੀਂ ਡਿਸਕਸ ਕਰ ਲੈਂਦੇ ਹਾਂ ਕਿ ਦ ਡਿਸਪਲੇਸਮੈਂਟ ਇਜ਼ 100 ਮੀਟਰ। ਹੁਣ ਦੇਖੋ ਇਹਨਾਂ ਨੇ ਡਿਸਪਲੇਸਮੈਂਟ 100 ਮੀਟਰ ਲਿਖੀ ਹੋਈ ਹੈ, ਇਹਦਾ ਮਤਲਬ ਕੀ ਚੀਜ਼ ਹੈ
ਉਹ ਪੂਰੇ ਡਿਸਟੈਂਸ ਨੂੰ ਦੱਸ ਰਿਹਾ ਕਿ ਥਰੋਅਰ ਤੋਂ ਸਟਾਰਟ ਹੋਇਆ ਤੇ ਥਰੋਅਰ ਤੱਕ ਪੁੱਜਿਆ, ਉਹ ਕੀ ਆਏਗਾ ਉਹਦਾ 100 ਮੀਟਰ ਡਿਸਟੈਂਸ। ਤਾਂ ਇਹ ਆਪਸ਼ਨ ਵੀ ਸਾਡੀ ਗਲਤ ਆ ਜਾਏਗੀ ਤੇ ਨਨ ਆਫ ਦਿਸ ਦਾ ਕੋਈ आंसर हो ही नहीं सकता। तो साडा ऑप्शन की बन गया थे ऑप्शन बी इज़ द राइट आंसर। ठीक है, मूव करते हैं हम नेक्स्ट क्वेश्चन पर। ठीक है, नेक्स्ट क्वेश्चन देखो, बहुत ही ईजी क्वेश्चन है। इन 12 मिनट्स अ कार हुज स्पीड इज़ 35 किलोमीटर पर आवर ट्रैवल्स अ डिस्टेंस ऑफ। मोस्टली मैं ਜਿਹੜੇ ਇਹ ਚੈप्टर ਦੇ क्वेश्चन लेके आई हूँ मोशन चैप्टर, ਇਹਦੇ ਵਿੱਚ ਜ਼ਿਆਦਾਤਰ ਤੁਹਾਡੇ ਕੋਲ ਇੱਥੇ स्पीड डिस्टेंस ही यूज़ ਹੁੰਦਾ है। ठीक है, नैक्सट जब ਅਸੀਂ नैक्सट डे ਜਿਹੜਾ ਅਸੀਂ चैप्टर स्टार्ट करूँगे ਉਹਦੇ ਵਿੱਚ ऑलमोस्ट ਉਹਦੇ ही क्वेश्चंस लेके आऊँगी। ਤਾਂ मोशन चैप्टर ਦੇ ਜਿਹੜੇ ऑलमोस्ट इंपॉर्टेंट क्वेश्चंस ਹੈ मैं ਅੱਜ ਸਾਰੇ ਹੀ डिस्कस कर ਦਾਂਗੀ ਤੁਹਾਡੇ ਨਾਲ। ਇਹਦੇ ਵਿੱਚੋਂ ਹੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ क्वेश्चंस आए हुए हैं। ठीक है, ਹੁਣ देखो तो मैं ਜਿਹੜੇ ਸਾਰੇ टॉपिक भी है इस चैप्टर के ऑलमोस्ट इन्होंने क्वेश्चंस के नाल कवर कर देते हैं। देखो in 12 मिनट्स अ कार हु स्पीड इज़ 35 किलोमीटर पर आवर ट्रैवल द डिस्टेंस ऑफ। तुहानू की चीज़ पूछी है, टाइम दिता होया है तो तुहानू चीज़ पूछी हुई है किलोमीटर पर आवर, स्पीड भी दी हुई है, डिस्टेंस पूछा है। तो तुहानू एक सिंपल जो फॉर्मूला पता है दैट स्पीड इज़ इक्वल टू डिस्टेंस अपॉन टाइम। ठीक है, तो असी फॉर्मूला लगा देने हाँ दैट डिस्टेंस इज़ इक्वल टू स्पीड इनटू टाइम। यही है साढ़े को फॉर्मूला। हुण सानू पता है कि स्पीड साढ़े को इत्थे 35 किलोमीटर पर आ रहा है। ठीक है, तो आंसर भी जिहड़ा है वो किलोमीटर विच ही है, बट जिहड़ा टाइम है साढ़े को 12 मिनट है, बट सानू टाइम जिहड़ा है वो आर च कन्वर्ट करना पड़ेगा। इस करके इत्थे की आ गया साढ़े को 60। इस चीज़ को कैंसल कर दो, इत्थे 1 आ गया, इत्थे 5 आ गया, तो 5 7 का की आ जाएगा इत्थे 35। इट मीनस साढ़ा जिहड़ा आंसर है इत्थे की बन गया A7 किलोमीटर। ठीक है बच्चे, क्वेश्चंस नू याद करने की कोशिश ना करो, इन्हों समझने की कोशिश करो ताकि अगर थोड़ी बहुती स्टेटमेंट इधर उधर चेंज भी हो जाए, क्योंकि मैं इस चीज़ की तुहानू गारंटी दिनी हाँ कि जोड़े क्वेश्चंस मैं तुहाडे नाल डिस्कस कर रही हाँ यही क्वेश्चंस तुहानू थोड़े बहुते मॉडिफाई होकर तुहाडे एग्जाम से भी देखने को मिल जाओगे। ठीक है, तो देखो हम नैक्सट क्वेश्चन पर मूव करते हैं। नैक्सट क्वेश्चन है साडा, when a graph of one quantity versus another results in a straight line the quantities are। हुण तुसी देखो इस क्वेश्चन भी असी डिस्कस करते हैं थोड़े ब्रीफ दे विच। तुसी जिहड़ा है मोशनस चैप्टर दे विच 2 या 3 तरह के ग्राफ पढ़े हैं। ठीक है, डिस्टेंस से टाइम दे विच ग्राफ, डिस्प्लेसमेंट के टाइम दे विच ग्राफ, वेलोसिटी के टाइम दे विच ग्राफ। ठीक है, तो एक्सेलेरेशंस दे नाल। ठीक है, हुण देखो तुहानू की चीज़ है इत्थे पूछे हैं कि जब भी 2 कोई भी क्वांटिटीज़ तुसी लै सकते हो, अगर तुसी डिस्टेंस टाइम लै रहे हो या फिर वेलोसिटी टाइम लै रहे हो, तुसी कोई भी एक, मैं तुहाडा इस टाइम ते वेलोसिटी ते टाइम लै लैनी है, तुसी कोई भी लै सकते हो। ठीक है, देखो टाइम नू हमेशा तुसी हॉरिजॉन्टली ही रखना है, तो इस साइड तुहाडी जिहड़ी है या तो वेलोसिटी या फिर डिस्प्लेसमेंट या फिर एक्सेलेरेशन आ सकती है। ठीक है, मैं इत्थे वेलोसिटी ले ली इस टाइम पे। हुण इन्होंने की चीज़ पूछी है, बोले अगर दोनों के विच जिहड़ा ग्राफ है वो एक स्ट्रेट लाइन बन रही है तो इसका की मतलब हैगा कि ये दोनों एक दूजे दे या तो ये दोनों कॉन्स्टेंट है या तो इक्वल है या तो डायरैक्टली प्रोपोर्शनल या फिर इनवर्सली प्रोपोर्शनल। हुण देखो सानू पता है असी इस तरह के ग्राफ बहुत ज़्यादा पढ़ चुके हाँ, कोई ये नवी चीज़ नहीं है साढ़े लिए। अगर इत्थे टाइम 1 है तो वेलोसिटी भी साढ़े को इत्थे कितनी भी हो सकती है, मतलब 1 या 2 होएगी। ठीक है, नैक्सट टाइम इनक्रीज़ होया 3 मान लेने हैं, तो तुसी देखो कि पहले वाली वैल्यू तो वेलोसिटी भी इनक्रीज़ हुई है। नैक्सट देखो अगर टाइम होर बढ़िया तो वेलोसिटी भी होर वधी है, अगर टाइम होर इनक्रीज़ किया वेलोसिटी भी होर वधी। इहदा मतलब की हुंदा है कि दोनों ही चीज़ां एक दूजे दे डायरैक्टली प्रोपोर्शनल हैं। मतलब अगर एक बढ़ रही है तो दूजी भी बढ़ रही है, इसनूं की बोलिया जाता है इत्थे डायरैक्टली प्रोपोर्शनल। बोथ द थिंग्स आर डायरैक्टली प्रोपोर्शनल टू ईच अदर। आई होप तुहानूं क्वेश्चन बहुत ईजीली तरीके नाल समझ आ रहे होण। मैं पूरी कोशिश कर रही हाँ कि तुहानूं समझ आ जान। ठीक है, इहदे नाल तुहाडा जिहड़ा मोशन चैप्टर है पूरा ही कंप्लीट हो जाएगा। ठीक है, तो वीडियो ना अगर प्लीज़ तुसीं पसंद कर रहे हो तो लाइक जरूर करियो, तो चैनल नूं ज़्यादा तो ज़्यादा शेयर कर दिओ सो दैट कोई भी बच्चा जिहड़ा है अपनी प्रिपरेशन पिछे ना कर सके, उहदी प्रिपरेशन अच्छी जाए। ठीक है, तो मैं भी प्रॉमिस करदी हाँ कि अगर मैनू गुड रिस्पॉन्स जरूर मिले तो फिर मैं तुहाडे लई होर वधिया तो वधिया जिहड़ी है MCQ सीरीज़ लैके आऊँगी जिहड़ियां तुहाडे पेपर लई हैल्पफुल होण। ठीक है, तो नैक्सट मूव करते हैं। 9th क्वेश्चन है हुण साडा, अ कार इंक्रीजेज इट्स स्पीड फ्रॉम, ये फ्रॉम है थोड़ी टाइपिंग मिस्टेक हो गई। ठीक है, 20 किलोमीटर पर आवर टू 30 किलोमीटर पर आवर इन 10 सेकेंड्स। इट्स एक्सेलेरेशन तुहानूं फाइंड करन बोली हुई है। देखो हुण इस क्वेश्चन नूं मैं तुहानूं तीनों इक्वेशन समझा दित्तियां हन जिहड़ियां असीं इक्वेशनस ऑफ मोशन पढ़ियां हन। ठीक है, हुण उन्हां इक्वेशनस नूं तुसीं इहदे विच ईजिली यूज़ कर सकते हो। जिहड़ी पहले स्पीड सीगी वो कितनी सीगी, इनीशियल स्पीड 20,
फाइनल स्पीड 30 ਜਿਹੜੀ ਇੱਥੇ ਇਨੀਸ਼ੀਅਲ ਤੇ ਫਾਈਨਲ ਹੈ ਨਾ, ਤੁਹਾਨੂੰ ਮੈਂ ਦੱਸ ਦਿੰਨੀ ਹਾਂ ਕੁਐਸਚਨ ਚੰਗੀ ਤਰ੍ਹਾਂ। ਇਨੀਸ਼ੀਅਲ ਨੂੰ ਅਸੀਂ ਯੂ ਦੇ ਨਾਲ ਲਿਖਦੇ ਹਾਂ, ਠੀਕ ਹੈ, ਕਿਸ ਚੀਜ਼ ਨਾਲ ਲਿਖਦੇ ਹਾਂ, ਯੂ ਦੇ ਨਾਲ, ਤੇ ਫਾਈਨਲ ਨੂੰ ਅਸੀਂ ਵੀ ਦੇ ਨਾਲ ਲਿਖਦੇ ਹਾਂ। ਤੇ ਟਾਈਮ ਤਾਂ ਤੁਹਾਨੂੰ ਪਤਾ ਹੀ ਅਸੀਂ ਟੀ ਨਾਲ ਮੈਂਸ਼ਨ ਕੀਤਾ ਹੈ ਇਕੁਏਸ਼ਨਸ ਦੇ ਵਿੱਚ। ਹੁਣ ਐਕਸਲੇਸ਼ਨ ਅਸੀਂ ਏ ਦੇ ਨਾਲ ਫਾਈਂਡ ਕਰਨੀ ਹੈ। ਹੁਣ ਉਹ ਇਕੁਏਸ਼ਨ ਯਾਦ ਕਰੋ ਜਿਹਦੇ ਵਿੱਚ ਕੀ ਚੀਜ਼ ਹੈ ਤੁਹਾਡੇ ਕੋਲ, ਵੀ, ਯੂ, ਏ ਤੇ ਟੀ। ਇੱਕ ਸਿੰਪਲ ਤਰੀਕੇ ਨਾਲ ਤੁਸੀਂ ਸੋਚ ਸਕਦੇ ਹੋ, ਮਤਲਬ ਜਿਹੜਾ ਤੁਸੀਂ ਈਜ਼ੀਲੀ ਸੋਲਵ ਕਰ ਸਕਦੇ ਹੋ। ਵੈਸੇ ਤਾਂ ਮੋਸਟਲੀ ਆਲ ਦੀ ਇਕੁਏਸ਼ਨਸ। ਹੁਣ ਪਹਿਲੀ ਇਕੁਏਸ਼ਨ ਮੈਂ ਫੜੀ, ਦੇਖੋ v = u + at। ਮੈਨੂੰ ਇੱਕ ਬਹੁਤ ਹੀ ਈਜ਼ੀ ਜਿਹੀ ਇਕੁਏਸ਼ਨ ਯਾਦ ਆ ਰਹੀ ਹੈ, v = u + at, ਠੀਕ ਹੈ। ਦੇਖੋ ਇਸ ਇਕੁਏਸ਼ਨ ਨੂੰ ਅਗਰ ਅਸੀਂ ਧਿਆਨ ਨਾਲ ਦੇਖੀਏ ਤਾਂ v ਵੀ ਹੈਗਾ, u ਵੀ ਹੈਗਾ, t ਵੀ ਹੈਗਾ, ਤੇ a ਫਾਈਂਡ ਕਰਨਾ। ਇਕੁਏਸ਼ਨ ਬਿਲਕੁਲ ਵੈਲਿਡ ਹੈਗੀ ਮੈਨੂੰ ਸੋਲਵ ਕਰਨ ਲਈ, ਠੀਕ ਹੈ। ਤਾਂ ਤੁਸੀਂ ਫਿਲ ਕਰ ਦਿਓ ਵੈਲਿਊਜ਼। ਇੱਥੇ ਕੀ ਆ ਜਾਏਗਾ 30, मैं इस u ਨੂੰ माइनस ਵਿੱਚ ਇੱਧਰ ले आई तो इत्थे क्या आ जाएगा -20। t साढ़े को 10 सेकंड्स है तो ये क्या आ जाएगा, ये एज इट इज़ आ जाएगा, ठीक है। हुण देखो इत्थे की आ गया 10 km/h, इत्थे की आ जाएगा साढ़े को 10 km/h। तो ये जिहड़ी चीज़ है 10 नीचे तो आ जाएगा साढ़े को, बट हुण तुसीं ध्यान नाल क्वेश्चन नूं देखो कि साढ़े को जिहड़े ऑप्शंस है वो मीटर/सेकंड स्केयर विच है, तो जिहड़ी साढ़े को उपर स्पीड दित्ती सीगी वो किहदे विच सीगी, km/h। तो तुसीं की करना है, इसनूं 5/18 नाल मल्टीप्लाई करना है, 5/18, ठीक है। तो ये चीज़ साढ़े को क्या है, 10/10 सोल्व हो जाएगा। 5/18 साढ़े को आंसर होगा, जिहड़ा कि आंसर बन रहा है 0.83 मीटर/सेकंड स्केयर, ठीक है। ਤੁਸੀਂ ਸਿਰਫ ਕੀ ਕਰਨਾ ਹੈ, v = u + at ਨੂੰ ਸੋਲਵ ਕਰਨਾ ਹੈ। ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਹਾਂ ਕਿ ਮੈਂ ਦੂਸਰੀ ਇਕੁਏਸ਼ਨਸ ਹੋਰ ਕਿਉਂ ਨਹੀਂ ਯੂਜ਼ ਕੀਤੀਆਂ, ਉਹਨਾਂ ਨੂੰ ਵੀ ਤਾਂ ਮੈਂ ਯੂਜ਼ ਕਰ ਸਕਦੀ ਸੀਗੀ, ਠੀਕ ਹੈ। ਹੁਣ ਦੇਖੋ ਉਹ ਇਸ ਕਰਕੇ ਨਹੀਂ ਯੂਜ਼ ਕੀਤੀ, ਜਿਹੜੀ ਸਾਡੇ ਕੋਲ ਦੂਜੀ ਇਕੁਏਸ਼ਨ ਹੈ s = ut + ½ at²। ਇਸ ਇਕੁਏਸ਼ਨ ਵਿੱਚ ਜਿਹੜੀ ਸਾਡੇ ਕੋਲ ਪਹਿਲੀ ਚੀਜ਼ ਹੈ s, वो साढ़े को इत्थे नहीं है, तो असीं इस इक्वेशन वैलिड नहीं मान सकते अपने लिए। दूसरी इक्वेशन v² - u² = 2as। इस इक्वेशन विच भी देखो साढ़े को इत्थे s है, तो ये इक्वेशन भी असीं नहीं सोल्व करने लिए यूज़ कर सकते सीगे। तो आई होप तुहानूं हुण समझ आ गया होएगा कि मैं इस तिन्ना इक्वेशनस तो v = u + at नूं ही क्यों यूज़ किया, ठीक है। हुण मूव करते हैं नैक्सट क्वेश्चन वाल। तो इसका जिहड़ा ऑप्शन आंसर आएगा ऑप्शन डी आ रहा है, ठीक है। तो हुण देखो नैक्सट क्वेश्चन, सिंपल जिहा थ्योरेटिकल बेस्ड क्वेश्चन है। अ बॉडी हुज स्पीड इज़ कॉन्सटेंट। हुण देखो जिस दी स्पीड कॉन्सटेंट होवे, स्पीड कॉन्सटेंट समझ आ रहा है तुहानूं कि इत्थे साडे को टी है, इत्थे साडे को वेलोसिटी है, इहदा मतलब ये चीज़, ठीक है। हुण इहदा की मतलब है कि वो एक्सीलरेट होएगी, मस्ट भी एक्सीलरेट जरूरी होएगी, माइट भी एक्सीलरेटेड हो भी सकती है, नहीं भी, हैज़ अ कॉन्सटेंट वेलोसिटी। हुण स्पीड वेलोसिटी कोई सेम रिलेशन, सी ऑप्शन तो सीधा ही साडा इत्थे गलत हो जा रहा है। कैन नॉट बी एक्सीलरेटेड, ऐसा कुछ नहीं है कि अगर तुहाडी स्पीड कॉन्सटेंट होएगी तो वो एक्सीलरेट नहीं ही होएगा, ठीक है। तो इदां दा भी कुछ नहीं हुंदा कि वो जरूरी ही एक्सीलरेट होवे, ठीक है। तो इत्थे जिहड़ा साडे को आंसर बनेगा माइट बी एक्सीलरेटेड, इट डिपेंड अपॉन द थिंग, ठीक है, कि वो एक्सीलरेट हो सकती कि नहीं हो सकती, ठीक है। हुण मूव करते हैं नैक्सट क्वेश्चन वाले। एक सिंपल जिहा थ्योरेटिकल बेस्ड क्वेश्चन सीगा कि अगर साडी कोई बॉडी की स्पीड कॉन्सटेंट होवे तो दैट कैन बी दैट माइट बी एक्सीलरेटेड, ओके। देखो नैक्सट क्वेश्चन, नैक्सट क्वेश्चन है साडा अ स्लोप ऑफ स्पीड टाइम ग्राफ। हुण मैं तुहानूं सब तो पहले ही ये चीज़ दस चुकी हाँ, स्पीड टाइम ग्राफ, ये रही तुहाडे को स्पीड, ये रहा तुहाडे को टाइम। स्लोप सानूं पता है की चीज़ हुंदी है, ये हैगी, ठीक है। हुण तुहानूं की चीज़ पूछी है ते स्पीड टाइम ग्राफ, मतलब उहदे विच चेंजिस आनियां स्पीड दे विद रिस्पैक्ट टू टाइम, जिद्दां जिद्दां टाइम वधिया उद्दां दा स्पीड वधी, जिद्दां जिद्दां टाइम वधिया उद्दां दा स्पीड वधी। मतलब स्पीड दे विच चेंजिस विद रिस्पैक्ट टू टाइम की चीज़ हुंदी है, बोलो जल्दी, विद रिस्पैक्ट टू टाइम। तुसीं ये चीज़ भी बोल सकते हो वेलोसिटी विद चेंजिस विद रिस्पैक्ट टू टाइम, तो इन्हां दोनों का आंसर ही क्या आएगा तुहाडे को, सेम आएगा एक्सेलरेशन, ठीक है। तो इत्थे की आ जाएगा तुहाडे को सी ऑप्शन। जब भी तुहाडे को इदां बोलिया होया ना कि अगर देखो मैं स्पीड की जगह इत्थे डिस्टेंस ले लैंदी हाँ, एक्स कर दिंदी हाँ इत्थे, ठीक है। अगर मैं की कर दिता, जिहड़ा क्वेश्चन है तुहाडे को उस तो थोड़ा डिफरेंट कर दिता, मैं हुण इत्थे टी सीगा, स्पीड सीगा ना, स्पीड का आंसर तो मैं तुहानूं दसदा कि इत्थे एक्सेलरेशन आना, बट देखो अगर बाई चांस क्वेश्चन के विच इत्थे तुहाडे को डिस्टेंस दिता हुंदा ਤਾਂ ਤੁਹਾਡਾ ਕੀ ਆंसर आएगा, ਤਾਂ ਤੁਹਾਡਾ ਜਿਹੜਾ ਆंसर आएगा वो आ जाएगा स्पीड। जब डिस्टेंस होया स्पीड, जब डिसप्लेसमेंट होया तो वेलोसिटी। आई होप तुहानूं ये सारे कंसैप्ट समझ आ रहे होंगे, ठीक है, क्योंकि
ਜਿਹੜੇ ਸਾਰੇ ਹੀ ਕਨਸੈਪਟ ਇੱਕ ਦੂਜੇ ਦੇ ਨਾਲ ਇੰਟਰਲਿੰਕਡ ਹੈ। ਅਗਰ ਇੱਕ ਵਾਰ ਤੁਸੀਂ ਇਸ ਸਾਰੀ ਵੀਡੀਓ ਨੂੰ ਦੁਬਾਰਾ ਰਿਵਾਈਜ਼ ਕਰਕੇ ਦੇਖੋਗੇ ਤਾਂ ਤੁਹਾਨੂੰ ਸਾਰੇ ਕਨਸੈਪਟ ਜਿਹੜੇ ਆ ਕਲੈਰੀਫਾਈ ਹੋ ਜਾਣਗੇ। ਠੀਕ ਹੈ, ਦੇਖੋ ਨੈਕਸਟ ਕੁਐਸਚਨ। ਇਹ ਦੇਖੋ ਸਾਡੇ ਕੋਲ ਕੀ ਹੈਗਾ, ਇਹ ਹੈਗੀ ਇੱਕ ਚੀਜ਼, ਸਰਕਲ ਲੈ ਲਿਆ ਸੀ ਹਾਫ ਸਰਕਲ, ਕਿਉਂਕਿ ਇਹਨਾਂ ਨੇ ਸਾਨੂੰ ਸਰਕਮਫਰੈਂਸ ਜਿਹੜਾ ਹੈ ਉਹ ਪਾਈ ਆਰ ਦਿੱਤਾ ਹੈ। ਇਹਨਾਂ ਨੇ ਪੁੱਛਿਆ ਕਿ ਇਹ ਇੱਕ ਪੁਆਇੰਟ ਏ ਹੈ, ਇਹ ਇੱਕ ਪੁਆਇੰਟ ਬੀ ਹੈ। ਅਗਰ ਕੋਈ ਪਰਸਨ ਇੱਥੋਂ ਟਰੈਵਲ ਕਰਨਾ ਸ਼ੁਰੂ ਕਰਦਾ ਹੈ ਅਤੇ ਇੱਥੇ ਤੱਕ ਜਾਂਦਾ ਹੈ ਤਾਂ ਤੁਸੀਂ ਦੱਸੋ ਤੇ ਇਹਦਾ ਰੇਡੀਅਸ ਜਿਹੜਾ ਹੈ ਉਹ ਆਰ ਹੈ। ਠੀਕ ਹੈ, ਹੁਣ ਸਾਨੂੰ ਕੀ ਬੋਲਿਆ ਹੈ ਕਿ ਤੁਸੀਂ ਦੱਸੋ ਇਹਨੇ ਕਿੰਨਾ ਡਿਸਪਲੇਸਮੈਂਟ ਕਵਰ ਕੀਤਾ। ਹੁਣ ਦੁਬਾਰਾ ਫਿਰ ਦਿਮਾਗ ਵਿੱਚ ਰੱਖੋ ਕਿ ਅਗਰ ਡਿਸਟੈਂਸ ਪੁੱਛਦੇ ਸੀਗੇ ਉਹ ਸਾਡੇ ਕੋਲ, ਤਾਂ ਅਸੀਂ ਕੀ ਕਰਨਾ ਸੀਗਾ, ਇਹ ਸਾਰੀ ਚੀਜ਼ ਫਾਈਂਡ ਕਰਨੀ ਸੀਗੀ ਕਿ ਉਹ ਇੱਥੇ ਤੋਂ ਇੱਥੇ ਤੱਕ ਕਿੰਨਾ ਹਾਫ ਸਰਕਮਫਰੈਂਸ ਕਿੰਨਾ ਹੈ ਇਹਦਾ। ਠੀਕ ਹੈ, ਬਟ ਸਾਨੂੰ ਪੁੱਛਿਆ ਕੀ ਹੈ, ਇੱਥੇ ਡਿਸਪਲੇਸਮੈਂਟ ਪੁੱਛੀਏ ਤਾਂ ਸਾਨੂੰ ਪਤਾ ਸਿਰਫ ਇਨੀਸ਼ੀਅਲ ਅਤੇ ਫਾਈਨਲ ਦੇ ਵਿੱਚ ਅਸੀਂ ਡਿਸਟੈਂਸ ਪਤਾ ਕਰ ਲਾਂਗੇ, ਅਤੇ ਆਰ ਸਾਨੂੰ ਪਤਾ ਹੈ ਕਿ ਰੇਡੀਅਸ ਹੈ, ਅਤੇ ਇਹਦਾ ਜਿਹੜਾ ਆਂਸਰ ਆ ਜਾਏਗਾ ਉਹ ਕੀ ਆ ਜਾਏਗਾ 2r, ਮਤਲਬ ਇਹਦਾ ਡਾਇਆਮੀਟਰ। ਤਾਂ ਇੱਥੇ ਜਿਹੜਾ ਆਪਸ਼ਨ ਜਿਹੜਾ ਆ ਜਾਏਗਾ ਬੀ ਆਪਸ਼ਨ ਜਿਹੜਾ ਬਿਲਕੁਲ ਸਹੀ ਆਂਸਰ ਹੋ ਜਾਏਗਾ। ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਤੇ ਯੂਜ਼ਫੁਲ ਲੱਗੇਗੀ ਆਪਣੇ ਐਗਜ਼ਾਮ ਲਈ। ਠੀਕ ਹੈ, ਅਤੇ ਅਗਰ ਤੁਹਾਨੂੰ ਪਲੀਜ਼ ਪਸੰਦ ਆਈ ਹੋਵੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ, ਅਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰ ਦਿਓ, ਸੋ ਦੈਟ ਮੈਂ ਤੁਹਾਡੇ ਲਈ ਇੱਦਾਂ ਹੀ ਨਵੀਆਂ ਵੀਡੀਓਜ਼ ਲਿਆਉਣ ਲਈ ਇੰਸਟੀਗੇਟ ਹੁੰਦੀ ਰਹਾਂ। ਠੀਕ ਹੈ, ਥੈਂਕ ਯੂ ਸੋ ਮਚ।